ਅੱਜ ਆਪਾਂ ਗੱਲ ਕਰਾਂਗੇ ਸੰਤ ਸਿੰਘ ਸੇਖੋਂ ਜੀ ਦੀ ਇਕਾਂਗੀ ਇੱਕ ਐਤਵਾਰ ਬਾਰੇ। ਇਹ ਇਕਾਂਗੀ ਜਿਹੜੀ ਹੈ GNDU ਯੂਨੀਵਰਸਿਟੀ ਮਤਲਬ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਦੂਜੇ ਸਾਲ ਦੇ ਵਿੱਚ ਲੱਗੀ ਹੋਈ ਹੈ, ਚੌਥੇ ਸਮੈਸਟਰ ਦੇ ਵਿੱਚ। ਆ ਦੇਖ ਲਓ ਬੁੱਕ ਵੀ। ਤੇ ਇਹਦੇ ਵਿੱਚ ਕੀ ਹੈ, ਸੰਤ ਸਿੰਘ ਸੇਖੋਂ ਜੀ ਦੀ ਇਕਾਂਗੀ ਹੈ। ਮੈਂ ਪੋਲ ਪਾਇਆ ਸੀ ਇੱਕ, ਤਾਂ ਉਹਦੇ ਵਿੱਚ ਬਹੁਤ ਸਾਰਾ ਗਲਤ ਜਵਾਬ ਸੀ। ਸਾਰੇ ਇਸ ਨੂੰ ਬਲਵੰਤ ਸਿੰਘ ਜੀ ਦੀ ਬਲਵੰਤ ਗਾਰਗੀ ਜੀ ਦੀ ਇਕਾਂਗੀ ਕਹਿ ਰਹੇ ਸੀ, ਬਟ ਇਹ ਸੰਤ ਸਿੰਘ ਸੇਖੋਂ ਜੀ ਦੀ ਇਕਾਂਗੀ ਹੈ। ਤਾਂ ਸੰਤ ਸਿੰਘ ਸੇਖੋਂ ਜੀ ਦੀ ਇਕਾਂਗੀ ਹੈ, ਇੱਕ ਘਰੇਲੂ ਝਲਕ ਪੇਸ਼ ਕੀਤੀ ਗਈ ਆ। ਠੀਕ ਹੈ, ਇਹਦਾ ਅੰਤ ਜਿਹੜਾ ਸੁਖਾਂਤਕ ਆ ਔਰ ਬੁੱਧੀ ਔਰ ਜਜ਼ਬਾਤਾਂ ਦੀ ਆਪਸੀ ਟੱਕਰ ਹੋ ਰਹੀ ਆ। ਠੀਕ ਹੈ, ਤਾਂ ਵਿਅੰਗ ਹੈ। ਹਾਂ ਠੀਕ ਹੈ, ਤਾਂ ਤੁਸੀਂ ਆਪਾਂ ਪੜ੍ਹਦੇ ਹਾਂ ਇਹਦੇ ਬਾਰੇ ਕੀ ਲਿਖਿਆ ਹੈ। ਇਹ 6 ਘਰ ਦੇ ਵਿੱਚੋਂ ਆ। 6 ਘਰ ਉਹਨਾਂ ਦਾ ਇਕਾਂਗੀ ਸੰਗ੍ਰਹਿ ਸੀ ਨਾ, ਉਹਦੇ ਵਿੱਚੋਂ ਇਹ ਇੱਕ ਇਕਾਂਗੀ ਹੈ। ਤਾਂ ਇੱਕ ਮਿੰਟ ਪੜ੍ਹਦੇ ਹਾਂ ਇਹਦੇ ਬਾਰੇ। ਹਾਂਜੀ ਆ ਦੇਖੋ ਕੀ ਲਿਖਿਆ ਹੈ। ਇਹ ਇੱਕ ਐਤਵਾਰ ਘਰੇਲੂ ਹੋ ਸਕਦਾ, ਕਿਤੇ ਵਿਸ਼ਾ ਵਸਤੂ ਕਿਤੇ ਕੰਮ ਆ ਜਾਂਦਾ ਪੜਿਆ ਹੋਇਆ। ਇੱਕ ਘਰੇਲੂ ਝਲਕ ਹੈ ਜਿਸ ਦਾ ਨਾਇਕ ਇੱਕ ਵਕੀਲ ਹੈ ਜੋ ਐਤਵਾਰ ਦੇ ਦਿਨ ਦਿਲ ਪਰਚਾਵੇ ਲਈ ਨਾਵਲ ਪੜ੍ਹਦਾ ਹੈ, ਪਰ ਉਸ ਦੀ ਪਤਨੀ ਦਿਲ ਪਰਚਾਵੇ ਲਈ ਉਸ ਨਾਲ ਬੈਠ ਕੇ ਗੱਲਾਂ ਬਾਤਾਂ ਕਰਨੀਆਂ ਚਾਹੁੰਦੀ ਆ। ਉਹ ਉਸ ਨੂੰ ਨਾਵਲ ਪੜ੍ਹਨ ਦੀ ਪ੍ਰੇਰਨਾ ਦਿੰਦਾ ਹੈ, ਜਿਸ ਲਈ ਕੇਵਲ ਸਕੂਲ ਤੱਕ ਪੜ੍ਹੀ ਤੀਵੀਂ ਤਿਆਰ ਨਹੀਂ ਹੁੰਦੀ। ਠੀਕ ਹੈ, ਜਿਹੜੀ ਔਰਤ ਆ, ਜਿਹੜੀ ਪਤਨੀ ਆ, ਉਹਦੀ ਪੜ੍ਹਾਈ ਸਕੂਲ ਤੱਕ ਆ, ਪਤੀ ਜ਼ਿਆਦਾ ਪੜ੍ਹਿਆ ਹੋਇਆ ਆ। ਤਾਂ ਉਹ ਪਤੀ ਜਿਹੜਾ ਹੈ ਉਹ ਨਾਵਲ ਦਾ ਬੜਾ ਸ਼ੌਕੀਨ ਆ, ਨਾਵਲ ਪੜ੍ਹਦਾ ਆ ਜ਼ਿਆਦਾ। ਤਾਂ ਉਹ ਕਹਿੰਦਾ ਆਪਣੀ ਪਤਨੀ ਨੂੰ ਵੀ ਤੂੰ ਵੀ ਪੜ੍ਹਿਆ ਕਰ, ਉਸਨੂੰ ਕਿਤਾਬਾਂ ਲਿਆ ਕੇ ਵੀ ਦਿੰਦਾ ਲਾਇਬ੍ਰੇਰੀ ਤੋਂ, ਪਰ ਉਹ ਘਰ ਦੇ ਕੰਮਾਂ 'ਚ ਬਿਜੀ ਹੁੰਦੀ ਜਾਂ ਉਸਦੀ ਦਿਲਚਸਪੀ ਨਹੀਂ ਆ। ਠੀਕ ਹੈ, ਤਾਂ ਉਹ ਅੱਗੇ ਹੈ, ਕਹਿੰਦੇ ਇਸ ਵਾਦ ਵਿਵਾਦ ਵਿੱਚ ਉਹ ਹਾਰ ਜਾਂਦੀ ਆ। ਜਦੋਂ ਆਪਣੇ ਪਤੀ ਨਾਲ ਬਹਿਸਦੀ ਆ ਕਿ ਤੈਨੂੰ ਨਾਵਲ ਨਹੀਂ ਪੜ੍ਹਨੇ ਚਾਹੀਦੇ, ਤੂੰ ਹੋਰ ਕੁਝ ਪੜ੍ਹਿਆ ਕਰ, ਕਹਾਣੀਆਂ ਪੜ੍ਹ ਲਿਆ ਕਰ, ਕਵਿਤਾਵਾਂ ਪੜ੍ਹ ਲਿਆ ਕਰ, ਮੈਨੂੰ ਚੰਗਾ ਨਹੀਂ ਲੱਗਦਾ ਤੂੰ ਨਾਵਲ ਪੜ੍ਹਦਾ, ਵਿੱਚ ਪ੍ਰੇਮ ਕਹਾਣੀਆਂ ਪੜ੍ਹਦਾ, ਤੈਨੂੰ ਮੇਰੇ ਵਿੱਚ ਰੁਚੀ ਨਹੀਂ ਆ। ਪਰ ਪਤੀ ਜਿਹੜਾ ਹੈ ਉਹ ਸਮਝਾਉਂਦਾ ਆ ਉਹਨੂੰ ਕਿ ਨਾਵਲ ਪੜ੍ਹਨ ਦੇ ਨਾਲ ਜ਼ਿੰਦਗੀ ਦਾ ਅਨੁਭਵ ਮਿਲਦਾ ਆ। ਠੀਕ ਹੈ, ਸਾਨੂੰ ਸਮਝ ਪੈਦਾ ਹੁੰਦੀ ਆ। ਸਾਹਿਤ ਦੇ ਬਹੁਤ ਸਾਰੇ ਰੂਪ ਆ, ਕਹਾਣੀ ਕਵਿਤਾ ਆਪਾਂ ਪੜ੍ਹੀਏ, ਪਰ ਜ਼ਿਆਦਾ ਜਿਹੜਾ ਅਸੀਂ ਸਿੱਖ ਸਕਦੇ ਹਾਂ ਜਾਂ ਅਨੁਭਵ ਹਾਸਲ ਕਰ ਸਕਦੇ ਹਾਂ, ਉਹ ਜਾਂ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਕਦਰਾਂ ਕੀਮਤਾਂ ਸਿੱਖ ਸਕਦੇ ਹਾਂ। ਸਾਨੂੰ ਕਾਫੀ ਕੁਝ ਇੱਕੋ ਹੀ ਥਾਂ ਮਿਲ ਜਾਂਦਾ ਹੈ, ਉਹ ਨਾਵਲ ਹੀ ਹੈ। ਠੀਕ ਹੈ, ਤਾਂ ਉਹ ਕਹਿੰਦਾ ਕਿ ਮੈਂ ਤਾਂ ਪੜ੍ਹਦਾ ਇਸ ਨੂੰ ਤਾਂ ਕਿ ਮੈਨੂੰ ਕੁਝ ਜਿਹੜੇ ਕੇਸ ਆ ਸੁਲਝਾਉਣ ਵਿੱਚ, ਜਿਹੜੇ ਕਿਉਂਕਿ ਮੇਰੇ ਕੋਲ ਜ਼ਿਆਦਾ ਘਰੇਲੂ ਮਸਲੇ ਆਉਂਦੇ ਆ, ਤਾਂ ਉਹਦੇ ਕਰਕੇ ਮੈਨੂੰ ਥੋੜ੍ਹਾ ਜਿਹਾ ਇਹ ਸੁਲਝਾਉਣ ਦੇ ਵਿੱਚ ਮਦਦ ਵੀ ਮਿਲਦੀ ਆ। ਠੀਕ ਹੈ, ਤਾਂ ਉਹ ਕਹਿੰਦੀ ਵੀ ਤੂੰ ਕੋਈ ਕਾਨੂੰਨੀ ਕਿਤਾਬ ਪੜ੍ਹਿਆ ਕਰ, ਤੇਰਾ ਕਾਨੂੰਨ ਦਾ ਕੰਮ ਹੈ। ਉਹ ਕਹਿੰਦਾ ਨਹੀਂ, ਮੈਂ ਨਾਵਲ ਹੀ ਪੜ੍ਹਨਾ। ਠੀਕ ਹੈ, ਪਤੀ ਥੋੜ੍ਹਾ ਸ਼ੌਕੀਨ ਹੈ ਕਿਤਾਬਾਂ ਪੜ੍ਹਨ ਦਾ। ਉਸਦੇ ਰੋਸ ਪ੍ਰਗਟ ਕਰਨ ਉੱਤੇ ਕੀ ਹੁੰਦਾ ਆ। ਹਾਂ, ਇੱਕ ਇਹ ਵੀ ਗੱਲ ਵਾ ਇਹਦੇ ਵਿੱਚ ਕਿ ਪਤੀ ਜਿਹੜਾ ਹੈ ਉਹ ਡਾਇਰੀ ਵੀ ਨੋਟ ਕਰਦਾ, ਆਪਣੀ ਪਤਨੀ ਦੀ ਸਾਰੀਆਂ ਗੱਲਾਂ ਨੋਟ ਕਰਦਾ ਕਿ ਉਹਨੇ ਇੱਥੇ ਗਲਤੀ ਕੀਤੀ, ਇੱਥੇ ਗਲਤੀ ਕੀਤੀ, ਇੱਥੇ ਕੀਤੀ। ਠੀਕ ਹੈ, ਉਹਦੀਆਂ ਜ਼ਿਆਦਤੀਆਂ ਪੜ੍ਹ ਕੇ ਉਹਨੂੰ ਸੁਣਾਉਂਦਾ ਆ ਵੀ ਦੇਖ ਤੂੰ ਕਿੱਥੇ ਕਿੱਥੇ ਕਰਦੀ ਹੈ, ਮੈਂ ਤੇਰੀ ਗੁਆਂਢਣ ਨਾਲ ਲੜਾਈ ਹੋ ਜਾਂਦੀ, ਤੂੰ ਨੌਕਰਾਂ ਨੂੰ ਪੈਂਦੀ ਆ, ਤੂੰ ਇਸ ਤਰ੍ਹਾਂ ਪੈਂਦੀ, ਤੂੰ ਮੇਰੀ ਬੇਇੱਜ਼ਤੀ ਵੀ ਕਈ ਵੇਲੇ ਕਰ ਦਿੰਦੀ ਆ, ਤਾਂ ਮੈਂ ਫਿਰ ਵੀ ਉਸ ਗੱਲ ਨੂੰ ਅਣਗੌਲਿਆ ਕਰ ਦਿੰਦਾ ਆ। ਠੀਕ ਹੈ, ਵੀ ਮੈਂ ਉੱਥੇ ਸਿਆਣਪ ਵਰਤਦਾ, ਅਤੇ ਉਸਨੂੰ ਹੋਰ ਵਿਆਕੁਲ ਕਰ ਦਿੰਦਾ। ਉਹ ਉਦਾਸ ਹੋ ਜਾਂਦੀ ਆ ਤੇ ਛਿੱਤੀ ਜੀ ਮਤਲਬ ਸ਼ਰਮਿੰਦਾ ਜੀ ਹੋ ਕੇ ਨੌਕਰ ਉੱਤੇ ਵਰਦੀ ਆ, ਫਿਰ ਨਿਆਣੇ ਉੱਤੇ। ਠੀਕ ਹੈ, ਅੰਤ ਵਿੱਚ ਵਕੀਲ ਆਪਣੇ ਪਤਨੀ ਨੂੰ ਪਿਆਰ ਕਰਕੇ ਮਨਾ ਲੈਂਦਾ ਹੈ। ਠੀਕ ਹੈ, ਮਤਲਬ ਉਹ ਹੈ ਬੁੱਧੀਮਾਨ ਸੀਗਾ, ਪਰ ਅੰਤ ਵਿੱਚ ਉਸਨੂੰ ਜਜ਼ਬਾਤਾਂ ਦੇ ਅੱਗੇ ਜਿਹੜਾ ਹੈ ਝੁਕਣਾ ਪਿਆ, ਉਹਨੂੰ ਮਨਾਉਣਾ ਪਿਆ ਆਪਣੀ ਪਤਨੀ ਨੂੰ। ਠੀਕ ਹੈ, ਕਿਉਂਕਿ ਔਰਤਾਂ ਭਾਵੁਕ ਹੀ ਹੁੰਦੀਆਂ ਆ। ਤੇ ਇਹਦੇ ਵਿੱਚ ਬੜਾ ਵਧੀਆ ਦਿਖਾਇਆ ਗਿਆ ਹੈ ਸਾਰਾ ਕੁਝ। ਤੇ ਇਹ ਇਕਾਂਗੀ ਹਲਕਾ ਫੁਲਕਾ ਸੁਖਾਂਤ ਹੈ, ਜਿਸ ਵਿੱਚ ਵਾਰਤਾਲਾਪ ਪ੍ਰਧਾਨ ਹੈ। ਇਹ ਮੇਨ ਗੱਲ ਪੇਪਰ ਵਾਸਤੇ ਕਰਨ ਵਾਲੀ ਜ਼ਰੂਰੀ ਆ। ਇਸ ਵਾਰਤਾਲਾਪ ਵਿੱਚ ਵਿਅੰਗ, ਵਕਰੋਕਤੀ, ਕਤੀ ਤੇ ਬੁੱਧੀ ਵਿਲਾਸ ਹਾਸਾ ਪੈਦਾ ਕਰਦੇ ਹਨ। ਅਸਲ ਵਿੱਚ ਇਹ ਬੁੱਧੀ ਤੇ ਜਜ਼ਬੇ ਦੀ ਟੱਕਰ ਹੈ। ਠੀਕ ਹੈ, ਇਸ ਵਿੱਚ ਬੁੱਧੀ ਜਿੱਤ ਕੇ ਵੀ ਹਾਰ ਜਾਂਦੀ ਹੈ। ਠੀਕ ਹੈ, ਇਹ ਧਿਆਨ ਵਿੱਚ ਰੱਖਣਾ। ਇਹਦੇ ਵਿੱਚ ਜਿਹੜਾ ਬੁੱਧੀ ਹੈ ਉਹ ਜਜ਼ਬਾਤਾਂ ਅੱਗੇ ਹਾਰ ਜਾਂਦੀ ਹੈ। ਠੀਕ ਹੈ ਜੀ, ਤਾਂ ਇਹ ਹੈ ਆਪਣੀ ਇੱਕ ਐਤਵਾਰ ਇਕਾਂਗੀ। ਪੜ੍ਹ ਕੇ ਦੇਖਣਾ ਤੁਸੀਂ, ਬਹੁਤ ਸੋਹਣੀ ਹੈ। ਤੇ ਧੰਨਵਾਦ ਜੀ, ਰੱਬ ਰੱਖਾ।